ਦੋਸਤੋ, ਸਵਾਗਤ ਹੈ ਤੁਹਾਡਾ ਪੰਚਾਇਤੀ ਰਾਜ ਦੇ ਪਹਿਲੇ ਲੈਕਚਰ ਤੇ ਅਗਲੇ ਵੀਡੀਓ 'ਚ। ਇਹ ਲੈਕਚਰ ਕਾਫੀ ਵੱਡਾ ਸੀਗਾ, ਇਸ ਲਈ ਮੈਂ ਇਹਨੂੰ ਅਲੱਗ-ਅਲੱਗ ਪਾਰਟਸ 'ਚ ਬਣਾ ਰਿਹਾ ਤੇ ਥੋੜ੍ਹਾ ਜਿਹਾ ਰੀਕੈਪ ਕਰ ਲੈਂਦੇ ਜੋ ਆਪਾਂ ਲਾਸਟ ਵੀਡੀਓ 'ਚ ਕੀਤਾ ਸੀਗਾ ਕਿ ਪੰਚਾਇਤ ਕੀ ਹੁੰਦਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀ ਕਿਹਾ ਸੀਗਾ, ਪੰਚਾਇਤ ਦਾ ਮਤਲਬ ਕੀ ਹੈ ਕਿ ਜੋ ਪਿੰਡ ਦੇ ਗ੍ਰਾਮ ਸਭਾ ਦੁਆਰਾ ਚੁਣੇ ਜਾਂਦੇ ਨੇ, ਠੀਕ ਹੈ, ਔਰ ਪਿੰਡ ਦਾ ਪ੍ਰਬੰਧ ਚਲਾਉਣ ਲਈ ਚੁਣੇ ਜਾਂਦੇ ਹਨ ਅਤੇ ਪਿੰਡ ਦੀਆਂ ਸਮੱਸਿਆ ਮਿਲ ਜੁਲ ਕੇ ਹੱਲ ਕਰਦੇ ਹਨ। ਉਸ ਤੋਂ ਬਾਅਦ ਅਸੀਂ ਪੰਚਾਇਤ ਦਾ ਉਦੇਸ਼ ਕੀਤਾ ਸੀਗਾ ਕਿ ਲੋਕਤੰਤਰ ਨੂੰ ਘਰ ਘਰ ਤੱਕ ਪਹੁੰਚਾਉਣਾ ਮੇਨ ਉਦੇਸ਼ ਹੈ। ਸਵੈਮਾਨ ਪੈਦਾ ਕਰਨਾ ਅਤੇ ਲੋਕਤੰਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਔਰ ਸਭ ਨੂੰ ਟ੍ਰੇਨਿੰਗ ਦੇਣੀ, ਇਹ ਸਾਰੇ ਪੁਆਇੰਟਸ ਆਪਾਂ ਕੀਤੇ ਸੀਗੇ, ਰਾਈਟ। ਉਸ ਤੋਂ ਬਾਅਦ ਅਸੀਂ ਇਤਿਹਾਸ ਕੀਤਾ ਸੀਗਾ, ਪੁਰਾਤਨ ਸਮੇਂ 'ਚ ਮੌਰੀਆ ਕਾਲ ਦੇ ਵਿੱਚ ਕਿੱਦਾਂ ਦਾ ਸਿਚੁਏਸ਼ਨ ਸੀਗਾ ਅਤੇ ਮੱਧ ਕਾਲ ਦੇ ਵਿੱਚ ਵੀ ਕੀ ਸੀ, ਰਾਈਟ। ਅਤੇ ਅੱਗੇ ਚੱਲਦੇ ਹਾਂ ਅੰਗਰੇਜ਼ੀ ਸ਼ਾਸਨ ਕਾਲ ਦੇ ਵਿੱਚ, ਔਰ ਉਸ ਤੋਂ ਬਾਅਦ ਅਸੀਂ ਕੀਤਾ ਸੀਗਾ ਕਿਸ ਤਰ੍ਹਾਂ ਲਾਰਡ ਮੇਯੋ ਅਤੇ ਲਾਰਡ ਰਿਪਨ ਦਾ ਯੋਗਦਾਨ ਰਿਹਾ। ਫਿਰ 1919 ਦੇ ਵਿੱਚ ਮੌਂਟੇਗਿਊ ਚੈਂਬਰਸ ਫॉर ਰਿਫਾਰਮ ਦਾ ਕੀ ਯੋਗਦਾਨ ਰਿਹਾ ਅਤੇ ਉਸ ਤੋਂ ਬਾਅਦ 1935 ਦਾ ਭਾਰਤ ਸਰਕਾਰ ਐਕਟ ਜਿਹੜਾ ਉਹਦਾ ਕੀ ਪਾਰਟ ਰਿਹਾ ਇਹਦੇ 'ਚ। ਹੁਣ ਅੱਗੇ ਚੱਲਦੇ ਆਜ਼ਾਦੀ ਤੋਂ ਪਿੱਛੇ, ਇਹ ਸ਼ੁਰੂ ਹੁੰਦਾ ਹੁਣ ਅੱਜ ਦਾ ਚੈਪਟਰ ਇੱਥੋਂ ਕਿ ਸੁਤੰਤਰਤਾ ਪ੍ਰਾਪਤੀ ਪਿੱਛੋਂ ਭਾਰਤ ਵਿੱਚ ਪੰਚਾਇਤੀ ਰਾਜ ਦਾ ਇਤਿਹਾਸ ਕੀ ਰਿਹਾ ਹੈ। ਸੰਵਿਧਾਨ, ਹੁਣ ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਪੰਚਾਇਤੀ ਰਾਜ ਪ੍ਰਣਾਲੀ ਨੂੰ ਇਹ ਜਿਹੜਾ ਸੰਵਿਧਾਨਕ ਮਾਨਤਾ ਪ੍ਰਾਪਤ ਹੋ ਗਈ ਹੈ ਅਤੇ ਸੰਵਿਧਾਨ ਦੀ ਧਾਰਾ 40 ਅਨੁਸਾਰ ਰਾਜ ਪਿੰਡਾਂ ਵਿੱਚ ਪੰਚਾਇਤ ਦੇ ਗਠਨ ਲਈ ਕਦਮ ਚੁੱਕੇਗਾ ਅਤੇ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਅਤੇ ਸੱਤਾ ਪ੍ਰਦਾਨ ਕਰੇਗਾ ਕਿ ਉਹ ਸਵੈ ਸ਼ਾਸਨ ਦੀਆਂ ਇਕਾਈਆਂ ਦੇ ਰੂਪ ਵਿੱਚ ਕੰਮ ਕਰ ਸਕਣ। ਅਤੇ ਇਸ ਸੰਵਿਧਾਨ ਦੀ ਧਾਰਾ 40 ਦੇ ਵਿੱਚ ਮੈਨਸ਼ਨ ਹੈ। ਸੰਵਿਧਾਨ ਦੀ ਧਾਰਾ 40 ਜਿਹੜੀ ਹੈ ਉਹ ਚੌਥੇ ਪਾਰਟ ਦੇ ਵਿੱਚ ਹੈ, ਸੰਵਿਧਾਨ ਦੇ ਚੌਥੇ ਪਾਰਟ ਦੇ ਵਿੱਚ ਹੈ। ਸੰਵਿਧਾਨ ਦੇ ਟੋਟਲ 22 ਪਾਰਟ ਨੇ ਔਰ 395 ਆਰਟੀਕਲਸ ਨੇ, ਤੁਹਾਨੂੰ ਪਤਾ ਹੀ ਹੋਏਗਾ। ਔਰ ਹਾਂ, ਅਗਰ ਨਹੀਂ ਪੜ੍ਹਿਆ ਤਾਂ ਯਾਦ ਰੱਖ ਲੈਣਾ, ਇੰਪੋਰਟੈਂਟ ਕੁਐਸਚਨਸ ਨੇ। ਔਰ ਸੰਵਿਧਾਨ ਦੀ ਧਾਰਾ ਚੌਥੇ ਪਾਰਟ ਦੇ ਵਿੱਚ 40ਵੀਂ ਧਾਰਾ ਹੈ ਜੋ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨਾਲ ਸੰਬੰਧਿਤ ਹੈ, ਠੀਕ ਹੈ। ਅਤੇ ਅੱਗੇ ਵਧਦੇ ਹਾਂ, ਇਹਦੇ ਵਿੱਚ ਪਹਿਲੀ 5 ਸਾਲਾ ਯੋਜਨਾ ਪਿੰਡਾਂ ਦੇ ਵਿਕਾਸ ਲਈ ਸਮੂਹਿਕ ਯੋਜਨਾ ਬਣਾਉਣ ਦਾ ਸੁਝਾਅ ਦਿੱਤਾ ਗਿਆ ਸੀਗਾ ਔਰ 55 ਬਲਾਕਾਂ 'ਚ ਪ੍ਰੋਗਰਾਮ ਲਾਗੂ ਕੀਤਾ ਗਿਆ ਸੀਗਾ। ਪ੍ਰੋਗਰਾਮ ਦਾ ਬਾਅਦ ਦੇ ਵਿੱਚ ਜਿਹੜਾ ਵਿਸਥਾਰ ਵੀ ਕੀਤਾ ਗਿਆ ਅਤੇ ਲੇਕਿਨ ਹੋਇਆ ਕਿ ਉਦੇਸ਼ ਦੀ ਪ੍ਰਾਪਤੀ ਨਹੀਂ ਹੋਈ, ਜੋ ਮਿੱਥਿਆ ਗਿਆ ਸੀਗਾ ਉਹਦੀ ਪ੍ਰਾਪਤੀ ਨਹੀਂ ਹੋਈ ਅਤੇ ਜ਼ਿਆਦਾ ਸਫਲਤਾ ਮਿਲੀ ਨਹੀਂ। ਅੱਗੇ ਵਧਦੇ ਹਾਂ, ਇਹ ਇੱਕ ਟਾਈਮ ਲਾਈਨ ਹੈ ਕਿਸ ਤਰੀਕੇ ਨਾਲ ਪੰਚਾਇਤੀ ਰਾਜ ਇੰਸਟੀਟਿਊਸ਼ਨ ਜਿਹੜੇ ਹੈ ਉਹਦੀ ਡਿਵੈਲਪਮੈਂਟ ਹੋਈ 1957 ਤੋਂ ਲੈ ਕੇ 1992 ਤੱਕ, ਜਦੋਂ 73rd ਅਮੈਂਡਮੈਂਟ ਐਕਟ ਯਾਨੀ ਕਿ ਜਿਹੜੀ 73ਵੀਂ ਸ਼ੋਧ ਕਾਨੂੰਨ ਜਿਹੜਾ ਪਾਸ ਹੋਇਆ ਸੀਗਾ ਇਸ ਨੂੰ ਲੈ ਕੇ। ਔਰ ਅਤੇ ਸਭ ਤੋਂ ਪਹਿਲਾਂ 1957 ਦੇ ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਆਇਆ ਸੀ ਇਸ ਨੂੰ ਲੈ ਕੇ, ਇਸ ਦੇ ਲਈ ਇਹਦੇ। ਉਸ ਤੋਂ ਬਾਅਦ 1970 ਵਿੱਚ ਅਸ਼ੋਕ ਮਹਿਤਾ ਕਮੇਟੀ ਅਤੇ 1985 ਵਿੱਚ GV ਰਾਓ ਕਮੇਟੀ ਅਤੇ 1986 ਵਿੱਚ LM ਸਿੰਘਵੀ ਕਮੇਟੀ। ਔਰ ਉਸ ਤੋਂ ਬਾਅਦ 1992 'ਚ 73ਵੀਂ ਅਮੈਂਡਮੈਂਟ ਐਕਟ ਆਈ ਹੈ। ਇਹਨਾਂ ਸਾਰੀ ਕਮੇਟੀਆਂ ਤੋਂ ਜੋ ਸਿੱਖਿਆ ਮਿਲੀ ਉਸ ਦੇ ਤਹਿਤ ਅਸੀਂ ਇਹ ਅਮੈਂਡਮੈਂਟ 1992 'ਚ ਕੀਤਾ ਇੰਨੇ ਸਾਲਾਂ 'ਚ। ਉਸ ਤੋਂ ਬਾਅਦ ਹੁਣ ਆਲਮੋਸਟ 28-29 ਸਾਲ ਹੋਣ ਲੱਗਾ ਇਸ ਅਮੈਂਡਮੈਂਟ ਐਕਟ ਨੂੰ ਪਾਸ ਕੀਤੇ ਹੋਏ ਅਤੇ ਅਸੀਂ ਪੰਚਾਇਤੀ ਰਾਜ ਇੰਸਟੀਟਿਊਸ਼ਨ ਨੂੰ ਕਾਫੀ ਮਜ਼ਬੂਤ ਬਣਾਉਣ ਦੇ ਵਿੱਚ ਕਾਮਯਾਬ ਵੀ ਹੋਇਆ। ਅੱਗੇ ਚੱਲਦੇ ਹਾਂ ਇਹਦੇ 'ਚ ਕਿ ਵੀ ਬਲਵੰਤ ਰਾਏ ਮਹਿਤਾ ਕਮੇਟੀ ਬਾਰੇ ਥੋੜ੍ਹਾ ਦੇਖ ਲੈਂਦੇ ਕੀ ਕਹਿੰਦੇ ਨੇ। ਯੋਜਨਾ ਕਮਿਸ਼ਨ ਦੁਆਰਾ ਕਮੇਟੀ ਨੂੰ ਸਟੈਬਲਿਸ਼ ਕੀਤਾ ਗਿਆ। ਬਲਵੰਤ ਰਾਏ ਮਹਿਤਾ ਕਮੇਟੀ ਨੇ ਸੁਝਾਅ ਦਿੱਤਾ ਕਿ ਲੋਕਤੰਤਰੀ ਵਿਕੇਂਦਰੀਕਰਨ ਜ਼ਰੂਰੀ ਹੈ, 3 ਪੱਧਰੀ ਸਥਾਨਕ ਸੰਸਥਾਵਾਂ ਦਾ ਗਠਨ ਹੋਣਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਰਾਸ਼ਟਰੀ ਵਿਕਾਸ ਪਰਿਸ਼ਦ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 1958 ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਦਾ ਸੁਝਾਅ ਸਵੀਕਾਰ ਕੀਤਾ ਅਤੇ ਇਸ ਪ੍ਰਕਾਰ ਪ੍ਰਾਂਤਾਂ ਨੂੰ ਪਿੰਡਾਂ ਵਿੱਚ ਪੰਚਾਇਤ ਸਥਾਪਿਤ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਅਤੇ ਇਹ ਸਾਰੇ ਜਿਹੜੇ ਹੋਏ ਇਹ ਬਲਵੰਤ ਰਾਏ ਮਹਿਤਾ ਕਮੇਟੀ ਦੁਆਰਾ ਜਿਹੜੇ ਸੁਝਾਅ ਦਿੱਤੇ ਗਏ ਸੀ ਇਸ ਨੂੰ ਫੋਲੋ ਕਰਦੇ ਕੀਤਾ ਗਿਆ। ਇਹ ਸਾਰੇ ਪੁਆਇੰਟਸ ਤੁਸੀਂ ਸਹੀ ਤਰੀਕੇ ਨਾਲ ਯਾਦ ਕਰ ਲੈਣਾ, ਲਿਖ ਕੇ ਵੀ ਦੇਖਣਾ। ਅੱਗੇ ਚੱਲਦੇ ਹਾਂ। ਉਸ ਤੋਂ ਬਾਅਦ 2 ਅਕਤੂਬਰ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 2 ਅਕਤੂਬਰ 1959 ਨੂੰ ਸਭ ਤੋਂ ਪਹਿਲਾਂ ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਅਤੇ ਉਹ ਬਲਵੰਤ ਰਾਏ ਮਹਿਤਾ ਕਮੇਟੀ ਤੋਂ ਜੋ ਆਊਟਕਮ ਆਇਆ ਸੀ ਉਸ ਦੇ ਤਹਿਤ 2 ਅਕਤੂਬਰ 1959 ਨੂੰ ਇਹ ਕਦਮ ਚੁੱਕਿਆ ਗਿਆ। ਲੇਕਿਨ ਹੋਇਆ ਕਿ ਬਾਅਦ ਦੇ ਵਿੱਚ ਅਨਿਯਮਿਤ ਚੋਣਾਂ ਹੋਈਆਂ, ਸੀਮਿਤ ਸ਼ਕਤੀਆਂ ਸੀਗੀਆਂ ਪੰਚਾਇਤੀ ਰਾਜ ਕੋਲ ਅਤੇ ਵਿੱਤੀ ਸਾਧਨਾਂ ਦੀ ਬੜੀ ਘਾਟ ਸੀ ਔਰ ਇਸਤਰੀਆਂ ਨੂੰ ਘੱਟ ਪ੍ਰਤੀਨਿਧਤਾ ਸੀਗੀ। ਅਤੇ ਉਸ ਤੋਂ ਇਲਾਵਾ
ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਵੀ ਪ੍ਰਤੀਨਿਧਤਾ ਦੀ ਘਾਟ ਸੀਗੀ, ਤੇ ਜਿਸ ਕਰਕੇ ਇਹ ਉਸ ਵੇਲੇ ਇਹ ਸਫਲ ਨਹੀਂ ਹੋ ਸਕੀ। ਔਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਤੇ ਇਹ ਸਾਰੀ ਚੀਜ਼ਾਂ ਅਲੱਗ-ਅਲੱਗ ਕਮੇਟੀਆਂ ਤੋਂ ਗਠਨ ਤੋਂ ਬਾਅਦ ਵੀ ਅਲੱਗ-ਅਲੱਗ ਕਮੇਟੀਆਂ ਦੇ ਸੁਝਾਅ ਤੋਂ ਬਾਅਦ ਵੀ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ, ਤੇ ਇਹ ਫੇਲੀਅਰ ਜਿਹੜੇ ਰਹੇ ਅਨਿਯਮਿਤ ਚੋਣਾਂ ਦੀਆਂ, ਸੀਮਿਤ ਸ਼ਕਤੀਆਂ ਦੀਆਂ, ਵਿੱਤੀ ਸਾਧਨਾਂ ਦੀ ਘਾਟ ਦੀਆਂ, ਇਸਤਰੀਆਂ ਨੂੰ ਘੱਟ ਪ੍ਰਤੀਨਿਧਤਾ ਵਾਲੀਆਂ, ਤੇ SCs ਐਂਡ BCs ਨੂੰ ਵੀ ਘੱਟ ਪ੍ਰਤੀਨਿਧਤਾ ਦੇ, ਤੇ ਇਹਨਾਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 73ਵੀਂ ਸੰਵਿਧਾਨਕ ਸੋਧ ਕੀਤੀ ਗਈ 1993 ਵਿੱਚ। ਔਰ ਰਾਜਾਂ ਨੂੰ ਨਿਰਦੇਸ਼ ਦਿੱਤਾ ਗਿਆ ਕਿ 24 ਅਕਤੂਬਰ 1994 ਤੋਂ ਪਹਿਲਾਂ ਆਪਣੇ ਪੰਚਾਇਤੀ ਰਾਜ ਕਾਨੂੰਨ, ਜੋ ਵੀ ਹਰ ਇੱਕ ਰਾਜ ਦੇ ਆਪਣੇ ਆਪਣੇ ਕਾਨੂੰਨ ਸੀ, ਉਸ ਦੇ ਵਿੱਚ ਸੋਧ ਕਰਕੇ ਉਹਨਾਂ ਨੂੰ ਜਿਹੜੀ ਸੰਵਿਧਾਨ ਦੇ ਵਿੱਚ 73ਵੀਂ ਸੋਧ ਕਰਕੇ ਜੋ ਪੁਆਇੰਟ ਸ਼ਾਮਿਲ ਕੀਤੇ ਗਏ ਨੇ ਉਸ ਦੇ ਅਨੁਕੂਲ ਬਣਾਉਣ। ਔਰ ਇਸ ਨੂੰ ਨਵੀਂ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕਿਹਾ ਜਾਂਦਾ ਹੈ। 73ਵੀਂ ਅਮੈਂਡਮੈਂਟ ਕਦੋਂ ਹੋਈ, ਇਹ ਕਿਹਦੇ ਨਾਲ ਰਿਲੇਟਡ ਹੈ, ਇਹ ਤੁਹਾਨੂੰ ਪਤਾ ਲੱਗਣਾ ਹੋਣਾ ਚਾਹੀਦਾ ਕਿ 73ਵੀਂ ਅਮੈਂਡਮੈਂਟ ਜਿਹੜੀ ਸੋਧ ਹੈ, ਕਾਨੂੰਨੀ ਸੋਧ 1993 'ਚ ਵੀ ਹੋਈ, ਤੇ ਇਹ ਪੰਚਾਇਤੀ ਰਾਜ ਇੰਸਟੀਟਿਊਸ਼ਨ ਬਾਰੇ ਹੈ, ਪੰਚਾਇਤੀ ਰਾਜ ਬਾਰੇ ਹੈ। ਅੱਗੇ ਵਧਦੇ ਹਾਂ, ਇਹਦੇ 'ਚ ਨਵੀਂ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ, ਤੇ ਇਹ ਬੜਾ ਇੰਪੋਰਟੈਂਟ ਹੈ, ਤਾਂ ਆਪਾਂ ਇਸ ਨੂੰ ਪੜ੍ਹ ਲੈਂਦੇ ਹਾਂ। ਨਵੀਂ ਪੰਚਾਇਤੀ ਰਾਜ ਪ੍ਰਣਾਲੀ ਮਤਲਬ ਕਿ 73ਵੀਂ ਸੋਧ ਤੋਂ ਬਾਅਦ ਜਿਹੜੀ ਪੰਚਾਇਤੀ ਰਾਜ ਪ੍ਰਣਾਲੀ ਬਣੀ ਉਹ, ਰਾਈਟ। ਤੇ ਇਸ ਨੂੰ ਪੜ੍ਹਦੇ ਹਾਂ। ਨੰਬਰ 1 ਹੈ ਪੰਚਾਇਤੀ ਰਾਜ ਨੂੰ ਸੰਵਿਧਾਨਕ ਮਾਨਤਾ ਮਿਲ ਗਈ। ਕੀ ਹੋਇਆ? ਪੰਚਾਇਤੀ ਰਾਜ ਨੂੰ ਸੰਵਿਧਾਨਕ ਮਾਨਤਾ ਮਿਲ ਗਈ, ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਧਾਰਾ 243 ਦੇ ਤਹਿਤ। ਔਰ ਫਿਰ ਅਲੱਗ-ਅਲੱਗ ਪਰਿਭਾਸ਼ਾਵਾਂ ਵੀ ਦਿੱਤੀਆਂ ਗਈਆਂ ਪੰਚਾਇਤੀ ਰਾਜ ਨੂੰ। ਗ੍ਰਾਮ ਸਭਾ ਦੀ ਪਰਿਭਾਸ਼ਾ ਹੈ ਧਾਰਾ 243 ਦੇ ਵਿੱਚ, 243B ਦੇ ਵਿੱਚ। ਉਸ ਤੋਂ ਬਾਅਦ ਗ੍ਰਾਮ ਪੰਚਾਇਤ ਦੀ ਪਰਿਭਾਸ਼ਾ ਹੈ ਧਾਰਾ 243D ਦੇ ਵਿੱਚ। ਔਰ ਉਸ ਤੋਂ ਬਾਅਦ ਜੋ ਇਸ 73ਵੀਂ ਸੋਧ ਨੇ ਵਿਵਸਥਾ ਕੀਤੀ ਉਹ ਸੀ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ। ਇਸ ਤਰ੍ਹਾਂ ਹਰ ਪੱਧਰ 'ਤੇ ਪੰਚਾਇਤ ਦੀ ਬਣਤਰ ਬਾਰੇ ਵੀ ਦੱਸਿਆ ਗਿਆ, ਰਾਈਟ। ਅੱਗੇ ਵਧਦੇ ਹਾਂ। ਇਹ ਫੀਚਰ ऑफ द 73rd अमेंडमेंट। ऑब्जेक्टिव ऑफ PRI इज़ क्लैरिफाइड। क्या ऑब्जेक्टिव है? सोशल जस्टिस प्राप्त करना और इकोनॉमिक डेवलपमेंट होनी चाहिए। सोशल जस्टिस, समाजिक जस्टिस होनी चाहिए, समाज ਦੇ ਵਿੱਚ ਭੇਦਭਾਵ ਨਹੀਂ ਹੋਣੇ ਚਾਹੀਦੇ, ਸਾਰੇ ਨੂੰ ਸਾਰੇ ਦਾ ਪਾਰਟ ਸਾਰੇ ਸ਼ਾਮਿਲ ਹੋਣੇ ਚਾਹੀਦੇ ਹਨ, ਸਾਰੇ ਦੀ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਮੈਂਡੇਟਰੀ 3 ਟੀਅਰ ਸਿਸਟਮ ਆਫ ਰੂਰਲ ਲੋਕਲ ਗਵਰਨੈਂਸ ਕੀਤਾ। ਕਈ ਸਟੇਟਾਂ 'ਚ ਜਿੱਥੇ 20 ਲੱਖ ਤੋਂ ਆਬਾਦੀ ਘੱਟ ਹੈ ਉੱਥੇ 2 ਟੀਅਰ ਸਿਸਟਮ ਵੀ ਮੰਨਿਆ ਗਿਆ ਹੈ। ਉਸ ਤੋਂ ਬਾਅਦ ਸਿਕਿਉਰ ਟੈਨਿਓਰ ਆਫ ਲੋਕਲ ਗਵਰਨਮੈਂਟਸ ਐਂਡ ਟਾਈਮਲੀ ਇਲੈਕਸ਼ਨ। ਸਿਕਿਉਰ ਜਿਹੜਾ ਟਾਈਮ ਹੁੰਦਾ, ਪਹਿਲਾਂ ਕੀ ਹੁੰਦਾ ਸੀਗਾ, ਅਨਟਾਈਮਲੀ ਇਲੈਕਸ਼ਨਸ ਹੁੰਦੇ ਸੀਗੇ ਜਾਂ ਇਲੈਕਸ਼ਨਸ ਬਹੁਤ ਸਾਲਾਂ ਬਾਅਦ ਹੁੰਦੇ ਸੀਗੇ, ਅਤੇ ਹੁਣ ਉਹ ਸਾਰੀ ਚੀਜ਼ ਨੂੰ ਟੈਨਿਓਰ ਨੂੰ ਭੰਨ ਦਿੱਤਾ ਗਿਆ ਕਿ ਉਹ ਟਾਈਮਲੀ ਹੋਏਗਾ ਸਭ ਕੁਛ। ਉਸ ਤੋਂ ਬਾਅਦ ਰਿਜ਼ਰਵੇਸ਼ਨ ਫॉर ਵੂਮਨ, SC ਐਂਡ ST ਰੱਖਿਆ ਗਿਆ। OBC ਲਈ ਵੀ ਪਾਪੂਲੇਸ਼ਨ ਦੇ ਹਿਸਾਬ ਨਾਲ ਰੱਖਿਆ ਗਿਆ 20% ਜਾਂ ਵੱਧ ਲਈ। ਡਾਇਰੈਕਟ ਇਲੈਕਸ਼ਨ ਫॉर ਵਿਲੇਜ ਪੰਚਾਇਤ, ਅਰਬਨ ਲੋਕਲ ਗੌਰਮੈਂਟ ਇਫ ਸੋ ਡਿਸਾਈਡ। ਡਾਇਰੈਕਟ ਇਲੈਕਸ਼ਨ ਵੀ ਵਿਲੇਜ ਪੰਚਾਇਤ ਲਈ ਹੈ ਹੁੰਦਾ ਹੈ, ਤੁਸੀਂ ਸਾਰੇ ਡਾਇਰੈਕਟ ਜਾ ਕੇ ਇਲੈਕਟ ਕਰਦੇ ਹੋ। ਔਰ ਉਸ ਤੋਂ ਬਾਅਦ ਸਬਜੈਕਟ ਵੀ ਅਸਾਈਨ ਕੀਤੇ ਗਏ ਕਿ ਇਹਨਾਂ ਇਹ ਪੰਚਾਇਤੀ ਰਾਜ ਹੈ, ਉਹਨਾਂ ਨਾਲ ਸਬਜੈਕਟ 'ਤੇ ਕੰਮ ਕਰ ਸਕਦੀ ਹੈ ਅਤੇ ਨਿਯਮ ਬਣਾ ਕੇ ਅੱਗੇ ਵੱਧ ਸਕਦੀ ਹੈ। ਉਹ ਸਬਜੈਕਟ ਦਾ ਡੀਵੋਲਿਊਸ਼ਨ ਕੀਤਾ ਗਿਆ। ਲਿਸਟ ਆਫ ਦ ਸਬਜੈਕਟਸ ਫॉर ਡੀਵੋਲਿਊਸ਼ਨ, ਇਹ ਡਿਪੈਂਡ ਕਰਦਾ, ਰਾਈਟ। ਅੱਗੇ ਚੱਲਦੇ ਹਾਂ। ਇਹਦੇ 'ਚ ਫੀਚਰ ਹੈ ਮੈਂਬਰਾਂ ਦੀ ਪ੍ਰਤੱਖ ਚੋਣ ਹੁੰਦੀ ਹੈ, ਆਪਾਂ ਨੂੰ ਪਤਾ ਕਿ ਅਸੀਂ ਸਾਰੇ ਵੋਟ ਪਾਉਂਦੇ ਹਾਂ ਇਹਦੇ 'ਚ। ਉਸ ਤੋਂ ਬਾਅਦ ਚੋਣ ਆਯੋਗ ਦੀ ਦੇਖ ਰੇਖ ਵਿੱਚ ਹੁੰਦੀ, ਚੋਣਾਂ ਜਿਹੜੀਆਂ ਚੋਣ ਆਯੋਗ ਕਰਵਾਉਂਦੀ ਹੈ। ਔਰ ਉਸ ਤੋਂ ਬਾਅਦ MP ਅਤੇ MLA ਦੇ ਪੰਚਾਇਤ ਦੇ ਮੈਂਬਰ ਹੁੰਦੇ ਨੇ। ਇਹ ਉਸ ਏਰੀਆ ਦੇ ਜਿਹੜੇ MP ਔਰ MLA ਹੋਣਗੇ ਉਹ ਪੰਚਾਇਤ ਦੇ ਐਕਸ ਅਫੀਸ਼ੀਅਲ ਮੈਂਬਰ ਵੀ ਹੋਣਗੇ ਨਾਲ। ਉਸ ਤੋਂ ਬਾਅਦ ਹੇਠਲੇ ਪੱਧਰ 'ਤੇ ਪੰਚਾਇਤ ਪ੍ਰਧਾਨ ਨੂੰ, ਉੱਪਰਲੇ ਪੱਧਰ 'ਤੇ ਪੰਚਾਇਤ ਪ੍ਰਧਾਨ ਦੇ ਵਿੱਚ ਪ੍ਰਤੀਨਿਧਤਾ, ਯਾਨੀ ਕਿ ਜਿਹੜਾ ਸਰਪੰਚ ਹੋਏਗਾ ਉਸ ਨੂੰ ਬਲਾਕ ਸਮਿਤੀ ਜਾਂ ਪੰਚਾਇਤ ਸਮਿਤੀ ਜਿਹੜੀ ਬਲਾਕ ਲੈਵਲ 'ਤੇ ਹੁੰਦੀ ਹੈ ਉਸ ਦੇ ਵਿੱਚ ਵੀ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ। ਪੰਚਾਇਤੀ ਰਾਜ ਪ੍ਰਧਾਨ ਦੀ ਚੋਣ ਅਤੇ ਅਹੁਦੇ ਤੋਂ ਵੱਖ ਕਰਨ ਬਾਰੇ ਵੀ ਸਾਰੀ ਚੀਜ਼ਾਂ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਹੈ ਅਹੁਦੇ ਤੋਂ ਵੱਖ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਨੈਕਸਟ ਪੁਆਇੰਟ ਸੀਟਾਂ ਦਾ ਰਾਖਵਾਂਕਰਨ। ਸੀਟਾਂ ਦਾ ਰਾਖਵਾਂਕਰਨ ਹੈ, ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਹੈ, SCs BCs ਲਈ ਸੀਟਾਂ ਦਾ ਰਾਖਵਾਂਕਰਨ ਹੈ। ਇਹ ਆਬਾਦੀ ਦੇ ਹਿਸਾਬ ਨਾਲ, ਅਤੇ ਜਿੱਥੇ SC BC ਪਾਪੂਲੇਸ਼ਨ ਹੈ 20% ਜਾਂ ਉਸ ਤੋਂ ਬਾਅਦ ਉੱਥੇ ਘੱਟੋ ਘੱਟ 20% ਲਈ ਇੱਕ ਸੀਟ ਜ਼ਰੂਰ ਉਹਨਾਂ ਦੇ ਲਈ ਰਾਖਵਾਂ ਹੋਏਗਾ। ਨਿਯਮਿਤ ਚੋਣਾਂ ਅਤੇ ਨਿਸ਼ਚਿਤ ਕਾਰਜਕਾਲ ਹੋਏਗਾ। 5 ਸਾਲ ਦਾ ਕਾਰਜਕਾਲ ਹੈ, ਅਤੇ
जिस डेट तो शुरू हो पहली मीटिंग हुई उस तो 5 साल, पर 6 महीना ਦੇ ਅੰਦਰ ਜਿਹੜਾ ਇਲੈਕਸ਼ਨ ਹੈ ਉਹ टाइम खत्म होने के पहले ही करवाना जरूरी होएगा। जो 5 साल का टन्यूर है वो खत्म होने तो पहले ही करवाना जरूरी होएगा। पंचायत की शक्तियां ते जिम्मेदारियां अलग अलग पंचायतों अलग अलग शक्तियां ते जिम्मेदारियां दित्तियां गई हैं, राइट। जिवें कि संविधान की 11वीं अनुसूची में मैंशन है इस चीज़ में पंचायत को किहड़ी शक्तियां दित्तियां गई हैं। इस ये आलमोस्ट 29 विषय शामिल है अनुसूची में। तो पंचायत को आर्थिक विकास और समाजिक न्याय प्रदान करने लिए भी योजनावां तैयार करन अते उन्होंने लागू करने दे राइट दिते गए हैं। उस तो बाद वित्त आयोग का निर्माण करने का अधिकार है इन्होंने, वित्त आयोग का निर्माण कर सकते और वित्त आयोग ने किहड़े काम करने हैं ये बारे भी डिसीजन ले सकते, गाइडेंस ले सकते। उस तो बाद पंचायत मैंबरों के चोण को चुनौती केवल राज विधान मंडल के कानून व्यवस्था द्वारा की जा सकती है, अदरवाइज़ नहीं। अगर राज विधान मंडल ने कोई कानून बना के व्यवस्था की है कि भी उसनों कित्थे चैलेंज देना तो उत्थे ही चैलेंज हो सकता है, अदरवाइज़ हर कोर्ट के उसनों चैलेंज नहीं किया जा सकता है। वर्तमान कानून का जारी रहना ये जो ये विशेषता ये भी है कि 73rd अमेंडमेंट की कि भी उस वेले तक जिहड़े भी कानून पंचायती राज नाल संबंधित थे वो लागू रहणगे नाल नाले दे। वर्तमान और जिहड़े पंचायत उस वेले चल रहे सन, मान लो कि किसी पंचायत का टन्यूर चल रहा है तो वो पंचायत ने भी जारी रहना है। इस तो इलावा कुछ खेत्र के विच अपवाद है किस तरीके नाल जिहड़ा है असी बदलाव लैके आ सकते हैं। और जिवें कि धारा 244 अनुसार अनुसूचित खेत्रां और कबायली खेत्रां आदि बारे गल की गई है तो वो अपवाद है इस दे विच, राइट। अगे चलते हैं, नवीं पंचायती राज प्रणाली का मुख्य उद्देश्य की है। हुण उद्देश्य असी देखते हैं नवीं वो तो लास्ट पिछले वीडियो जिहड़ा कीता सीगा वो सारा ही उद्देश्य सीगा जिहड़ा कि पंचायती राज का शुरू तो रहा तो, पर इस दे नाल नाल ये सारे उद्देश्य जिहड़े नवीं पंचायती राज प्रणाली ने दिते वो हुण आपां करते हैं। लोकां दे भागीदारी नूं बेहतर बनाउणा। पहला जिहड़े लोग बड़े घट भागीदारी करते थे, SC BC की बहुत घट पापूलेशन सी जी कि पार्टिसिपेट करती सी, तो औरतों भी इन्नी प्रतिनिधिता सीगा नहीं सी, तो लोग ज़्यादा उत्साहित नहीं सी इसनों इन्हां इलैक्शन च और भागीदारी को लैके खास करके। तो इत्थे बेहतर बनाने लई सारी व्यवस्था की गई है कि लोग ज़्यादा तो ज़्यादा पार्टिसिपेट कर सकन। शक्ति का विकेंद्रीकरण लोगों तक है कि लोग ही अपने एरिया के लिए कानून बनाएंगे, उस एरिया की डेवलपमेंट लिए काम करेंगे, योजनावां बनाएंगे। पेंडू लोगों को योजनावां बना और लागू करने में हिस्सेदारी इस पंचायती राज एक्ट तहत मिलता है। उस तो बाद पंचायत अधिकार खेत्र का विस्तार भी किया गया, बहुत सारे सबजैक्ट ये शामिल किए गए और वधेरे वित्तीय साधनों की व्यवस्था की गई। उस तो बाद वधेरे कमज़ोर वर्गों की भागीदारी यकीनी बनाने लिए संविधानक सुरक्षा भी दिता गया, जिवें कि आपां हुण पता है कि भी पंचायती राज प्रणाली को संविधानक दर्जा मिल चुका। उस तो बाद स्त्री की भागीदारी यकीनी बनाने लिए भी संविधानक सुरक्षा दी गई। स्त्री की जिहड़ी है स्त्रियों लिए रिजर्वेशन जिहड़ी है 50% रखी गई है, उस दे विच ही अलग अलग वर्ग की स्त्रियों को रिप्रजेंटेशन नाल काउंट करके वो व्यवस्था की गई है। एम्स ऑफ पंचायती राज सिस्टम की है टू गिव मोर पावर टू पीपल इन एडमिनिस्ट्रेशन च प्रशासन च लोगों को ज़्यादा तो ज़्यादा पावर देना। इंट्रोड्यूस सी डिसेंट्रलाइजेशन ऑफ पावर इन द एडमिनिस्ट्रेशन। डिसेंट्रलाइजेशन मतलब पावर का विकेंद्रीकरण एडमिनिस्ट्रेशन च इंट्रोड्यूस करना। वर्क फॉर द कंप्रीहेंसिव प्रोग्रेस ऑफ द विलेज। ओवरऑल डेवलपमेंट की गल करना मतलब विस्तारपूर्वक विलेज का प्रोग्रेस हो, ये सारा मिला के पंचायती राज का एम है। और नवीं पंचायती राज की बनतर की है। नवीं पंचायती राज जिवें कि आपां नूं पता है 3 पद्धरी पंचायती राज है, पिंड पद्धर ते ग्राम सभा ते ग्राम पंचायत। पिंड पद्धर ते सारा पिंड, ग्राम सभा जिहड़े वोटर्स है मैं तुहानूं दस्सिया सीगा लास्ट वीडियो च भी कि जिहड़े भी 18 साल तो उपर है जिन्हां दा नाम वोटर सूची च दर्ज है वो सारे ग्राम सभा के मैंबर है, वो मिल के ग्राम पंचायत में चुनणगे। ठीक है, तो एक ग्राम पंचायत पिंड पद्धर ते, नंबर 2 ब्लॉक पद्धर ते पंचायत समिति जी ब्लॉक पद्धर ते काम करेगा वो ब्लॉक समिति होएगा, और जिला पद्धर ते जिला परिषद। राइट, ऐसी पंचायती राज प्रणाली दी नवीं जी पंचायती राज प्रणाली आया उसका उद्देश्य, उसकी विशेषतावां ते उसकी बनतर
इस ते हुण असी अगली वीडियो 'च गल करांगे फर्दर इस तो अगे, राइट। तो पढ़ांगे ग्राम सभा, ग्राम पंचायत आदि बारे। थैंक यू। उम्मीद है कि तुहानूं वीडियो पसंद आएगा। लोगों नाल शेयर करो, सबसक्राइब करो। टिल देन, गॉड ब्लैस यू, टेक केयर, बाय बाय।